ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ। ਪੰਜਾਬ ਦੇ ਵਿੱਚ ਜਿਹੜਾ ਕਿ ਇਲੈਕਸ਼ਨ ਦਾ ਬਿਗਲ ਉਹ ਵੱਜ ਚੁੱਕਿਆ ਹੋਇਆ ਹੈ। ਅਕਸਰ ਤੁਸੀਂ ਦੇਖਦੇ ਹੋਵੋਗੇ ਜਿਹੜੇ ਕਿ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਚਾਹੇ ਉਹ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੇ ਵੱਲੋਂ ਆਲੀਸ਼ਾਨ ਜਿਹੜੇ ਕਿ ਦਫ਼ਤਰ ਨੇ ਉਹ ਖੋਲ੍ਹੇ ਜਾਂਦੇ ਨੇ। ਪਰ ਅੱਜ ਇੱਕ ਅਜਿਹੇ ਤੁਹਾਨੂੰ ਉਮੀਦਵਾਰ ਨਾਲ ਮਿਲਾਵਾਂਗੇ ਜੋ ਕਿ ਲੁਧਿਆਣਾ ਉੱਤਰੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਹੇ ਨੇ। ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇੱਕ ਜਿਹੜੀ ਕਿ ਕਾਨਿਆਂ ਦੀ ਕੁੱਲੀ ਹੈ ਉਹ ਬਣਾ ਕੇ ਇੱਥੇ ਰਮਨਜੀਤ ਜੀ ਲਾਲੀ ਜਿਹੜੇ ਕਿ ਆਜ਼ਾਦ ਉਮੀਦਵਾਰ ਨੇ ਹਲਕਾ ਉੱਤਰੀ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਹਲਕਾ ਉੱਤਰੀ ਦੀ ਗੱਲ ਕੀਤੀ ਜਾਵੇ ਤਾਂ ਕੁੱਲ 10 ਉਮੀਦਵਾਰ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਨੇ। ਸੋ 9 ਵੱਖੋ-ਵੱਖ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ ਤੇ ਇੱਕ ਆਜ਼ਾਦ ਉਮੀਦਵਾਰ ਰਮਨਜੀਤ ਸਿੰਘ ਲਾਲੀ ਇਹ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਹਲਕਾ ਉੱਤਰੀ ਤੋਂ। ਤੁਸੀਂ ਦੇਖ ਸਕਦੇ ਹੋ ਕਾਨਿਆਂ ਦੀ ਕੁੱਲੀ ਜਿਹੜੀ ਕਈ ਦਹਾਕੇ ਪਹਿਲਾਂ ਸਾਨੂੰ ਦੇਖਣ ਨੂੰ ਮਿਲਦੀ ਸੀ ਪੰਜਾਬ ਦੇ ਵਿੱਚ, ਉਹ ਇੱਥੇ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜੇਕਰ ਸਿਆਸੀ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੱਖੋ ਵੱਖ ਅਸੀਂ ਦੇਖਦੇ ਹਾਂ ਦਫ਼ਤਰਾਂ ਦੇ ਬਾਹਰ ਭੀੜ ਲੱਗੀ ਹੁੰਦੀ ਹੈ, ਹਲਵਾਈ ਲੱਗੇ ਹੁੰਦੇ ਨੇ, ਪਕਵਾਨ ਪੱਕਦੇ ਨੇ। ਪਰ ਦੂਜੇ ਪਾਸੇ ਤਸਵੀਰਾਂ ਤੋਂ ਦਿਖਾ ਦਿੰਦੇ ਇੱਕ ਛੋਟੀ ਜਿਹੀ ਜਿਹੜੀ ਕਿ ਅੰਗੀਠੀ ਹੈ ਉਸ ਦੇ ਉੱਤੇ ਚਾਹ ਵਾ ਜਿਹੜੀ ਕਿ ਉਹ ਬਣ ਰਹੀ ਹੈ। ਸੋ ਜਿੱਥੇ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਆਲੀਸ਼ਾਨ ਜਿਹੜੇ ਕਿ ਦਫ਼ਤਰ ਨੇ ਉਹ ਖੋਲ੍ਹੇ ਜਾਂਦੇ ਨੇ, ਵੱਖ-ਵੱਖ ਤਰ੍ਹਾਂ ਦੇ ਪਕਵਾਨ ਪਕਵਾਏ ਜਾਂਦੇ ਨੇ, ਸਪੈਸ਼ਲ ਹਲਵਾਈ ਬਾਹਰੋਂ ਮੰਗਵਾਏ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾਂਦੇ ਨੇ। ਉੱਥੇ ਇਹ ਤਸਵੀਰ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ। ਸੋ ਗੱਲਬਾਤ ਵੀ ਕਰਾਂਗੇ, ਅੰਦਰ ਜਾ ਕੇ ਦੇਖਦੇ ਹਾਂ ਕਿ ਕੁੱਲੀ ਦੇ ਵਿੱਚ ਅੰਦਰਲਾ ਕੀ ਮਾਹੌਲ ਹੈ। ਸੋ ਜਿੱਥੇ ਸਿਆਸਤਦਾਨਾਂ ਦੇ ਵੱਲੋਂ ਲੱਖਾਂ ਰੁਪਏ ਜਾਂ ਕਰੋੜਾਂ ਰੁਪਏ ਹੋਣ ਉਹ ਖਰਚ ਕੇ ਜਿਹੜੇ ਕਿ ਇਲੈਕਸ਼ਨ ਲੜੇ ਜਾਂਦੇ ਨੇ। ਹਾਲਾਂਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੇ 40 ਲੱਖ ਦਾ ਜਿਹੜਾ ਕਿ ਬਜਟ ਉਹ ਰੱਖਿਆ ਗਿਆ, ਪਰ ਪਤਾ ਤੁਹਾਨੂੰ ਵੀ ਹੈ ਵੀ ਇਲੈਕਸ਼ਨਾਂ ਦੇ ਵਿੱਚ ਕਿੰਨਾ ਕੁ ਰੁਪਈਆ ਉਹ ਵਰਤਿਆ ਜਾਂਦਾ ਹੈ। ਪਰ ਦੂਜੇ ਪਾਸੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਾਨਿਆਂ ਦੀ ਕੁੱਲੀ ਬਣਾ ਕੇ ਉਹਦੇ ਵਿੱਚ ਬੈਠੇ ਨੇ ਲਾਲੀ ਜੀ ਜੋ ਕਿ ਆਜ਼ਾਦ ਉਮੀਦਵਾਰ ਵੱਲੋਂ ਆਪਣੀ ਕਿਸਮਤ ਅਜਮਾ ਰਹੇ ਨੇ। ਸੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲਾਲੀ ਜੀ ਪਹਿਲਾਂ ਤਾਂ ਇਹ ਦੱਸੋ ਜਿਹੜਾ ਆਈਡੀਆ ਕਿੱਥੋਂ ਆਇਆ ਇੱਕ ਕਾਨਿਆਂ ਦੀ ਕੁੱਲੀ ਬਣਾ ਕੇ ਤੁਸੀਂ ਦਫ਼ਤਰ ਬਣਾਇਆ ਆਪਣਾ, ਜਿੱਥੇ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਆਲੀਸ਼ਾਨ ਦਫ਼ਤਰ ਬਣੇ ਹੁੰਦੇ ਨੇ, ਹਲਵਾਈਆਂ ਦਾ ਤਰ੍ਹਾਂ ਦੇ ਹਲਵਾਈ ਬਾਹਰੋਂ ਮੰਗਾਏ ਜਾਂਦੇ ਨੇ, ਪਕਵਾਨ ਪੱਕ ਰਹੇ ਨੇ, ਪਰ ਤੁਹਾਡੇ ਅਸੀਂ ਬਾਹਰ ਦੇਖੇ ਜਿਵੇਂ ਕੁੱਲੀ ਬਣੀ ਉਵੇਂ ਛੋਟੇ ਜਿਹਾ ਚੁੱਲ੍ਹਾ ਉੱਤੇ ਚਾਹ ਧਰੀ ਹੋਈ ਹੈ। ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਪਹੁੰਚਣ 'ਤੇ ਜੀ ਆਇਆਂ ਨੂੰ ਕਹਿੰਦਾ ਔਰ ਤੁਹਾਡੇ ਦਰਸ਼ਕਾਂ ਨੂੰ ਵੀ ਅਪੀਲ ਕਰਦਾ, ਬੇਨਤੀ ਕਰਦਾ ਕਿ ਮੇਰੀ ਤਕਰੀਰ ਨੂੰ ਜ਼ਰੂਰ ਗੌਰ ਨਾਲ ਸੁਣਨਾ ਔਰ ਅੱਛੀ ਲੱਗੇ ਤਾਂ ਸਪੋਰਟ ਵੀ ਕਰਨਾ ਔਰ ਸ਼ੇਅਰ ਵੀ ਕਰਨਾ। ਮਿੱਤਰ ਪਿਆਰਿਓ, ਗੱਲ ਇਹ ਹੈ ਕਿ ਸਾਡਾ ਜਿਹੜਾ ਇਤਿਹਾਸ ਹੈ, ਸਾਡਾ ਜਿਹੜਾ ਪਿਛੋਕੜ ਹੈ ਉਹ ਇਸ ਅਵਸਥਾ ਦੇ ਵਿੱਚੋਂ ਗੁਜ਼ਰਿਆ। ਸਾਡੇ ਬਾਪ ਦਾਦੇ ਪੜਦਾਦੇ ਇਹਨਾਂ ਕੁੱਲੀਆਂ ਦੇ ਵਿੱਚ ਹੀ ਰਹਿੰਦੇ ਹੁੰਦੇ ਸੀ, ਝੁੱਗੀਆਂ ਦੇ ਵਿੱਚ, ਇਹੀ ਲਾਲਟਨਾਂ ਦੇ ਵਿੱਚ। ਸੋ ਮੈਂ ਆਪਣੀ ਨਵੀਂ ਜਨਰੇਸ਼ਨ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਸਾਡਾ ਇਤਿਹਾਸ ਕੀ ਹੈ, ਸਾਡਾ ਪਿਛੋਕੜ ਕੀ ਹੈ। ਉਹਨਾਂ ਦੇ ਵਿੱਚ ਇੱਕ ਨਵੀਂ ਊਰਜਾ ਪੈਦਾ ਕਰਨੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਆਪਣੇ ਇਤਿਹਾਸ ਨੂੰ ਯਾਦ ਰੱਖਦੇ ਆ ਉਹ ਅੱਗੇ ਨਵੇਂ ਇਤਿਹਾਸ ਦੀ ਸਿਰਜਣਾ ਕਰਦੇ ਆ। ਸੋ ਇਸ ਕਰਕੇ ਮੈਂ ਇਹਨੂੰ ਕੀਤਾ। ਦੂਸਰਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੇਰਾ 13 ਤਰੀਕ ਤੱਕ 13 ਫਰਵਰੀ ਤੱਕ ਕੋਈ ਵੀ ਜਿਹੜਾ ਹੈਗਾ ਮਨ 13 ਜਨਵਰੀ ਤੱਕ ਕੋਈ ਮਨ ਨਹੀਂ ਸੀ ਲੜਨ ਦਾ। ਤਾਂ ਕਿਉਂਕਿ ਮੈਂ ਪਿਛਲੇ 25 ਸਾਲ ਦੇ ਰਾਜਨੀਤਿਕ ਜੀਵਨ 'ਚ ਹਮੇਸ਼ਾ ਸਮਾਜ ਦੀ, ਸ਼ਹਿਰ ਦੀ, ਗਰੀਬ ਗੁਰਬੇ, ਲਤਾੜੇ ਨਿਮਾਣੇ ਲੋਕਾਂ ਦੀ ਨਿਸਵਾਰਥ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਔਰ ਮੈਂ ਇਸ ਗੱਲ ਦਾ ਵੀ ਮੈਨੂੰ ਪ੍ਰਾਊਡ ਹੈ ਕਿ ਮਾਣ ਆ ਮੇਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਮੈਂ ਲੁਧਿਆਣੇ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਉਹਨਾਂ ਦੇ ਨਾਂ 'ਤੇ ਯਾਦਗਾਰ ਬਣਾਈ। ਔਰ ਅੱਜ ਉਸ ਯਾਦਗਾਰ ਦੇ ਵਿੱਚ ਰੋਜ਼ਾਨਾ 2 ਲੜਕੀਆਂ ਦੀਆਂ ਸ਼ਾਦੀਆਂ ਹੁੰਦੀਆਂ, ਗਰੀਬ ਮੱਧ ਪਰਿਵਾਰਾਂ ਦੀਆਂ, ਔਰ ਬਹੁਤ ਨੋਮੀਨਲ ਚਾਰਜਸ ਦੇ ਵਿੱਚ, ਭਾਵ ਕਿ 2 ਪਰਿਵਾਰਾਂ ਦਾ ਡੇਲੀ ਤਕਰੀਬਨ ਉੱਥੇ 1.5 ਲੱਖ ਰੁਪਏ ਦੀ ਬਚਤ ਹੁੰਦੀ ਹੈ। ਸੋ ਮੈਂ ਕੋਈ ਮੇਰੇ ਮਨ 'ਚ ਨਹੀਂ ਸੀ, ਲੇਕਿਨ 13 ਤਰੀਕ ਨੂੰ ਇੱਕ ਆਵਾਜ਼, ਇੱਕ ਕੋਈ ਆਤਮਾ, ਇੱਕ ਰੂਹ ਮੈਨੂੰ ਝੰਜੋੜਦੀ ਆ ਕਿ ਤੂੰ ਇਹਨਾਂ ਗਰੀਬ ਨਿਮਾਣੇ ਲਤਾੜੇ ਲੋਕਾਂ ਦੀ ਅਗਵਾਈ ਕਰਨੀ ਹੈ, ਤੂੰ ਨੌਜਵਾਨਾਂ ਦੀ ਅਗਵਾਈ ਕਰਨੀ ਹੈ, ਤੂੰ ਤਰਜਮਾਨੀ ਕਰਨੀ ਹੈ ਦੱਬੇ ਕੁਚਲੇ ਲੋਕਾਂ ਦੀ। ਤੂੰ ਉੱਠ, ਚੱਲ ਸ਼ੁਰੂ ਕਰ ਆਪਣੀ ਮੁਹਿੰਮ। ਸੋ ਮੇਰਾ ਕਾਫੀ ਲੰਬਾ ਸਮਾਂ ਉਹਨਾਂ ਦੇ ਨਾਲ ਵਾਰਤਾ ਹੋਈ, ਚਲੇ ਗਏ। ਮੈਂ ਆਪਣੇ ਪਰਿਵਾਰ ਦੇ ਨਾਲ ਵੀ ਡਿਸਕਸ ਕੀਤੀ, ਸਾਰਾ ਕੁਝ ਮੈਂ ਲਿਖ ਲਿਆ ਜੋ ਮੇਰੀਆਂ ਗੱਲਾਂ ਹੋਈਆਂ।
ਸੋ ਮੈਂ ਫਿਰ ਉਹਨਾਂ ਦੇ ਸੰਦੇਸ਼ ਨੂੰ, ਉਹਨਾਂ ਦੇ ਆਦੇਸ਼ ਨੂੰ ਪ੍ਰਵਾਨ ਕੀਤਾ ਖਿੜੇ ਮੱਥੇ। ਔਰ ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਮੈਂ ਕਿਹਾ ਮੇਰੇ ਕੋਲ ਇੰਨੇ ਸਾਧਨ ਨਹੀਂ ਹੈ। ਤਾਂ ਉਹ ਕਹਿਣ ਲੱਗੇ ਕਿ ਤੂੰ ਆਪਣੀ ਪ੍ਰਚਾਰ, ਆਪਣਾ ਮਿਸ਼ਨ ਕੁੱਲੀ ਤੋਂ ਸ਼ੁਰੂ ਕਰ। ਅਸੀਂ ਵੀ ਕਿਸੇ ਸਮੇਂ ਕੁੱਲੀ ਤੋਂ ਕੀਤਾ ਸੀ। ਸੋ ਮੈਂ ਉਹਨਾਂ ਦੀ ਗੱਲ ਨੂੰ ਮੰਨ ਕੇ ਇਸ ਕੁੱਲੀ ਨੂੰ ਤਿਆਰ ਕੀਤਾ। ਮੇਰੇ ਲਾਡੂਵਾਲ ਦੇ ਨੇੜੇ ਤੇੜੇ ਬਹੁਤ ਸਾਰੇ ਸ਼ੁਭ ਚਿੰਤਕ ਰਹਿੰਦੇ ਆ, ਉਹਨਾਂ ਦੇ ਨਾਲ ਦਰਿਆ ਪੈਂਦਾ, ਉੱਥੋਂ ਇਹ ਸਾਰਾ ਸਮਾਨ ਆਇਆ। ਉਹਨਾਂ ਨੇ 2 ਦਿਨਾਂ ਦੇ ਵਿੱਚ ਇਹਨੂੰ ਤਿਆਰ ਕਰ ਦਿੱਤਾ ਔਰ ਮੈਂ ਉੱਧਰ ਆਪਣੇ ਕਾਗਜ਼ ਤਿਆਰ ਕਰ ਦਿੱਤੇ ਔਰ ਮੇਰੇ ਕਾਗਜ਼ ਪਾਸ ਹੋ ਗਏ, ਓਕੇ ਹੋ ਗਏ। ਔਰ ਮੈਨੂੰ ਅੱਜ ਹੁਣੇ ਹੀ ਅੱਧਾ ਘੰਟਾ ਪਹਿਲਾਂ ਤਕਰੀਬਨ ਜਿਹੜਾ ਹੈਗਾ ਸਿੰਬਲ, ਜਿਹੜਾ ਹੀਰਾ ਜਿਹਨੂੰ ਆਪਾਂ ਇੰਗਲਿਸ਼ 'ਚ ਡਾਇਮੰਡ ਕਹਿੰਦੇ, ਉਹ ਲਾਟ ਹੋ ਗਿਆ। ਔਰ ਇਸ ਗੱਲ ਦਾ ਵੀ ਮੈਨੂੰ ਮਾਣ ਪ੍ਰਾਊਡ ਹੈ ਕਿ ਦੂਸਰੇ ਪਾਸੇ ਪਾਰਟੀਆਂ ਦੇ ਲੋਕ ਹੈ, 4 ਨੈਸ਼ਨਲ ਪਾਰਟੀਆਂ ਦੇ ਹੈ, 5 ਸਟੇਟ ਪਾਰਟੀਆਂ ਦੇ ਹੈ, ਕਿ ਰਮਨਜੀਤ ਲਾਲੀ ਸਿਰਫ ਇੱਕੋ ਇੱਕ ਬੰਦਾ ਹੈ ਜਿਹੜਾ ਇੰਡੀਪੈਂਡੈਂਟ ਹੈ। ਔਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ, ਪਿਆਰ ਆ। ਔਰ ਇਹ ਜਿਹੜੀ ਸੀਟ ਹੈ, ਹਰ ਹਾਲਤ ਦੇ ਵਿੱਚ ਮੇਰੇ ਲੋਕਾਂ ਨੇ ਬਹੁਤ ਪਿਆਰ ਕਰਨ ਵਾਲੇ ਲੋਕ ਹੈ। ਇਹ ਨਹੀਂ ਹੈ ਕਿ ਇੱਕ ਬੰਦਾ, ਕੋਈ ਖਾਸ ਕਮਿਊਨਿਟੀ ਦਾ ਬੰਦਾ, ਉਹਨੂੰ ਉਹੀ ਲੋਕ ਸਪੋਰਟ ਕਰਦੇ ਆ। ਰਮਨਜੀਤ ਲਾਲੀ ਦਾ ਮੁਸਲਮਾਨ ਸਮਾਜ 'ਚ ਵੀ, ਕ੍ਰਿਸਚਨ ਸਮਾਜ 'ਚ ਵੀ, ਹਿੰਦੂ ਸਮਾਜ 'ਚ ਵੀ, ਹਰ ਜਗ੍ਹਾ ਮੇਰਾ ਜਿਹੜਾ ਹੈਗਾ ਸਹਿਚਾਰਾ ਆ। ਔਰ ਲੋਕ ਮੇਰੇ ਸਿੰਬਲ ਦੀ ਵੇਟ ਕਰ ਰਹੇ ਸੀ। ਆ ਹੁਣੇ ਜਿੱਦਾਂ ਪਤਾ ਲੱਗਿਆ ਕਿ ਡਾਇਮੰਡ ਹੀਰਾ ਲਾਲੀ ਜੀ ਨੂੰ ਜਿਹੜਾ ਅਲਾਟ ਹੋਇਆ, ਤਾਂ ਮੈਨੂੰ ਵਧਾਈਆਂ ਦੇ ਸੰਦੇਸ਼ ਆਉਣ ਲੱਗ ਪਏ। ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰਿਆਂ ਨੂੰ ਦੱਸਣਾ ਚਾਹੁੰਦਾ, ਦੂਸਰੀ ਪਾਰਟੀ ਦੇ ਲੋਕਾਂ ਨੂੰ ਵੀ, ਕਿ ਜਦੋਂ 10 ਮਾਰਚ ਨੂੰ ਰਿਜ਼ਲਟ ਨਿਕਲਣਾ ਇਸ ਵਿਧਾਨ ਸਭਾ ਦੇ ਵਿੱਚੋਂ, ਤੇ ਹਰ ਹਾਲਤ ਦੇ ਵਿੱਚ ਲੋਕਾਂ ਨੇ ਮੈਨੂੰ ਸੇਵਕ ਬਣਾਉਣਾ, ਇੱਥੇ ਵਿਧਾਨ ਸਭਾ ਦੇ ਵਿੱਚ ਭੇਜਣਾ। ਔਰ ਵਿਧਾਨ ਸਭਾ ਦੇ ਵਿੱਚ ਜਾ ਕੇ ਮੈਂ ਮੇਰੀ ਲੜਾਈ ਕੋਈ ਇਹ ਨਹੀਂ ਕਿ ਮੈਂ ਆਪਣੇ ਲੋਕਾਂ ਨੂੰ ਮੁਫਤਖੋਰ ਬਣਾਉਣਾ, ਛੋਟੀਆਂ ਪਾਲਿਸੀਆਂ ਬਣਾਉਣੀਆਂ, ਮੈਂ ਆਪਣੇ ਲੋਕਾਂ ਦੀਆਂ ਧਰਮਸ਼ਾਲਾਵਾਂ ਨੂੰ ਪੈਸੇ ਦੇਣੇ ਆ, ਤਾੜੀਆਂ ਮਰਵਾਉਣੀਆਂ। ਮੇਰਾ ਮਕਸਦ ਉਹ ਨਹੀਂ। ਮੈਂ ਜਿੱਤ ਦਾ ਦਾਅਵਾ ਤੁਸੀਂ ਕਰ ਰਹੇ ਹੋ। ਜੇਕਰ ਹਲਕਾ ਉੱਤਰੀ ਦੀ ਗੱਲ ਕਰੀਏ ਤਾਂ ਕਈ ਸਿਰਕੱਢ ਨੇਤਾ ਨੇ ਜਿਹੜਾ ਕਿ ਇੱਥੋਂ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਪੈਸੇ ਆ, ਤੁਹਾਨੂੰ ਵੀ ਪਤਾ ਕਿਸ ਤਰੀਕੇ ਨਾਲ ਪੈਸਾ ਚੋਣਾਂ ਦੇ ਵਿੱਚ ਬਹਾਇਆ ਜਾਂਦਾ, ਲੱਖਾਂ ਹੋਣ ਜਾਂ ਕਰੋੜਾਂ ਰੁਪਏ ਹੋਣ। ਉਹ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਤੁਸੀਂ ਇਹ ਕੁੱਲੀ 'ਚੋਂ ਸ਼ੁਰੂਆਤ ਕੀਤੀ ਹੈ, ਤੁਹਾਡਾ ਕਹਿਣਾ ਠੀਕ ਆ, ਅਤੀਤ ਨਾਲ ਜੁੜੇ ਰਹਿਣਾ ਚਾਹੀਦਾ, ਪਰ ਕੀ ਲੱਗਦਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਾਂ ਫਿਰ ਲੋਕ ਤੁਹਾਡੇ ਨਾਲ ਸਹਿਮਤ ਹੋਣਗੇ? ਇਹਦਾ ਗੱਲ ਹੈ ਕਿ ਉਹ ਲੋਕ ਜਿਹੜੇ ਆ, ਜਿੰਨੇ ਵੀ ਉਹ ਦੂਸਰੇ ਆ, ਉਹ ਤੁਹਾਨੂੰ ਦੀਵਾਰਾਂ 'ਤੇ ਜ਼ਰੂਰ ਨਜ਼ਰ ਆਉਣਗੇ, ਹੋਲਡਿੰਗਾਂ ਪੋਸਟਰਾਂ ਦੇ ਵਿੱਚ ਜ਼ਰੂਰ ਨਜ਼ਰ ਆਉਣਗੇ, ਲੇਕਿਨ ਰਮਨਜੀਤ ਲਾਲੀ ਦਾ ਜਿਹੜਾ ਸਤਿਕਾਰ ਆ ਲੋਕਾਂ ਦੇ ਦਿਲਾਂ ਦੇ ਵਿੱਚ, ਜਿੰਨੀ ਮੇਰੀ ਹਿਸਟਰੀ ਆ, ਜੋ ਮੈਂ ਲੁਧਿਆਣੇ ਸ਼ਹਿਰ ਲਈ ਜਾਂ ਇਸ ਇਲਾਕੇ ਦੇ ਲੋਕਾਂ ਲਈ ਕੀਤੇ ਹੋਏ ਆ ਕੰਮ, ਆ ਮੇਰੇ ਸਾਹਮਣੇ ਲਿਖੇ ਹੋਏ ਆ, ਦੇਖ ਲੈਣਾ ਤੁਸੀਂ, ਮਾਰ ਲਿਓ। ਜੋ ਮੈਂ ਕੀਤਾ ਆ ਉਹ ਇੱਧਰ ਲਿਖਿਆ ਆ, ਜੋ ਮੈਂ ਕਰਨਾ ਉਹ ਪਰਲੇ ਪਾਸੇ। ਸੋ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਰਮਨਜੀਤ ਲਾਲੀ ਇੱਕ ਸਾਡਾ ਨਿਧੜਕ ਯੋਧਾ ਔਰ ਇਮਾਨਦਾਰ ਯੋਧਾ, ਬੜਾ ਗਰੀਬਾਂ ਦੇ ਨਾਲ ਉਹਦਾ ਸਹਿਚਾਰਾ। ਜਿਹੜੇ ਵੀ ਕੰਮ ਨੂੰ ਉਹ ਮੈਨੂੰ ਕਹਿੰਦੇ, ਮੈਂ ਹਰ ਹਾਲਤ 'ਚ ਮੈਂ ਆਪਣਾ ਨਿੱਜੀ ਕੰਮ ਛੱਡ ਕੇ ਉਹਨਾਂ ਦੇ ਦਰਦ ਨੂੰ ਸਮਝਦੇ ਹੋਏ, ਔਰ ਇਹ ਮੇਰੀ 25 ਸਾਲ ਦੀ ਹਿਸਟਰੀ ਆ। ਸੋ ਲੋਕਾਂ ਨੇ ਉਹਨਾਂ ਨੇ ਇਸ ਵਾਰ, ਨਾਲੇ ਫਿਰ ਇੱਕ ਹੋਰ ਵੀ ਹੈ ਨਾ ਕਿ ਪਿਛਲਾ ਜਿਹੜਾ ਇਤਿਹਾਸ ਹੈ ਇੱਥੋਂ ਦੇ MLA ਦਾ, ਉਹ ਕਹਿੰਦੇ ਕਿ 6 ਵਾਰ ਉਹ ਲਗਾਤਾਰ ਬਣਦਾ ਆ ਰਿਹਾ। ਸੋ ਇੰਨਾ ਲੰਬਾ ਸਫ਼ਰ ਲੋਕਾਂ ਦੇ ਵਿੱਚ ਐਂਟੀ ਕਨਵੈਂਸੀ ਫੈਕਟਰ ਵੀ ਹੋ ਜਾਂਦਾ। ਔਰ ਦੂਜੇ ਪਾਸੇ ਮੇਰੀ ਕਾਰਜਸ਼ੈਲੀ ਹੈ, ਤਾਂ ਮੈਂ ਹਰ ਹਾਲਤ ਦੇ ਵਿੱਚ, ਕਿਉਂਕਿ ਦੇਖੋ ਉਮੀਦ ਵੀ ਹੁੰਦੀ ਹੈ ਕੁਝ ਲੋਕਾਂ ਨੂੰ ਆਪਣੇ ਕੰਮਾਂ 'ਤੇ ਹੀ, ਔਰ ਕੁਝ ਕੌਮ ਦੀ ਵੀ ਕੋਈ ਸਮਰਥਨ ਹੁੰਦਾ। ਤੇ ਹੈ ਕੁਛ ਨਹੀਂ ਜੀ, ਬੜਾ ਛੋਟਾ ਜਿਹਾ ਕੰਮ ਹੈ। 1,92,000 ਵੋਟ ਹੈ, ਉਹਦੇ ਵਿੱਚੋਂ ਅਪਰੋਕਸੀਮੇਟਲੀ 60-65% ਪੋਲ ਹੁੰਦੀ ਹੈ, ਤਾਂ 1,15,18,000 ਪੋਲ ਹੋਣੀ ਹੈ। ਔਰ ਮੇਰੇ ਲੋਕ, ਮੇਰੇ ਸਮਰਥਕ ਲੋਕ ਹੀ ਇੰਨੇ ਆ ਕਿ ਬੜੇ ਈਜ਼ੀ ਮੈਨੂੰ 30-35,000 ਵੋਟਾਂ ਇੱਥੋਂ ਪੈ ਜਾਣੀਆਂ। ਔਰ 6 ਧਿਰਾਂ ਦੇ ਵਿੱਚ ਲੜਾਈ ਹੈ, ਜਿਹੜਾ ਬੰਦਾ 30,000-28,000 ਵੋਟ ਲੈ ਗਿਆ ਉਹ ਜੇਤੂ ਆ, ਪਰ ਮੈਨੂੰ ਉਸ ਤੋਂ ਵੀ ਵੱਧ ਜ਼ਿਆਦਾ ਉਮੀਦ ਹੈ। ਇਸ ਕਰਕੇ ਮੈਂ ਦਾਅਵੇ ਨਾਲ ਕਹਿੰਦਾ, ਆਸ ਆ ਮੈਨੂੰ ਕਿ ਮੇਰੇ ਲੋਕ ਮੇਰੀ ਸਪੋਰਟ ਕਰਨਗੇ, ਹਰ ਵਰਗ ਦੇ ਲੋਕ। ਡੈਫੀਨੇਟਲੀ ਆਈ ਵਿਲ ਵਿਨ। ਲਾਲੀ ਜੀ, ਮੌਸਮ ਦੀ ਗੱਲ ਕਰੀਏ ਤਾਂ ਮੌਸਮ ਕਾਫੀ ਜ਼ਿਆਦਾ ਠੰਡਾ ਹੋਇਆ ਪਿਆ, ਬਰਸਾਤ ਲਗਾਤਾਰ ਪੈ ਰਹੀ ਹੈ ਲੁਧਿਆਣੇ ਦੇ ਵਿੱਚ, ਸਿਆਸਤ ਗਰਮਾਈ ਹੋਈ ਹੈ, ਸਿਆਸਤ ਦੇ ਵਿੱਚ ਪੂਰਾ ਗਰਮ ਮਾਹੌਲ ਹੈ। ਪਰ ਜੇਕਰ ਤੁਹਾਡੇ ਦਫ਼ਤਰ ਦੀ ਗੱਲ ਕੀਤੀ ਜਾਵੇ, ਕੁੱਲੀਆਂ ਕਾਨਿਆਂ ਦਾ ਤੁਸੀਂ ਕੁੱਲੀ ਬਣਾਈ ਹੈ, ਮੀਂਹ ਪੈ ਕੇ ਹਟਿਆ, ਥੱਲੇ ਅਸੀਂ ਦੇਖ ਰਹੇ ਹਾਂ ਹੁਣ ਵੀ, ਜਦੋਂ ਅਸੀਂ ਬਾਹਰੋਂ ਐਂਟਰੀ ਕੀਤੀ ਹੈ ਤੇ ਇੱਕ ਵਾਰ ਤਸਵੀਰਾਂ ਮੈਂ ਕਹਾਂਗਾ ਥੱਲੇ ਦਿਖਾ ਦਈਏ, ਜਿਹੜੇ ਗੱਦੇ ਪਏ ਨੇ ਜਾਂ ਬਾਹਰ ਜਿਹੜੇ ਤੁਸੀਂ ਗਲੀਚੇ ਜੇ ਪਾਏ ਹੋਏ ਪੂਰੀ ਤਰ੍ਹਾਂ ਗਿੱਲੇ ਨੇ। ਜਦੋਂ ਅੰਦਰ ਆਉਂਦੇ ਆ ਤਾਂ ਠੰਡ ਲੱਗਦੀ ਹੈ ਪੂਰੀ, ਪਰ ਫਿਰ ਵੀ ਤੁਹਾਡੇ ਜਿਹੜੇ ਕਿ ਸਮਰਥਨ ਦੇਖ ਸਕਦੇ ਨੰਗੇ ਪੈਰੀ ਜਿਹੜੇ ਕਿ ਉਹ ਬੈਠੇ ਹੋਏ ਨੇ, ਕਿ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ? ਨਹੀਂ, ਮੈਂ ਤਾਂ, ਇਹ ਟਕਸਾਲੀ ਕੌਮ ਹੈ, ਮਾਰਸ਼ਲ ਲੋਕ ਹੈ, ਇਹ ਤਾਂ ਲੜਾਈਆਂ ਲੜਨ ਵਾਲੇ ਲੋਕ ਹੈ। ਇਹਨਾਂ ਨੂੰ ਆਹ ਛੋਟੀ ਮੋਟੀ ਠੰਡ ਨਾਲ ਕੀ ਫਰਕ ਹੈ? ਇਹ ਹੁਣ ਇੱਥੇ ਹੀ ਰਾਤ ਨੂੰ ਸਾਰਿਆਂ ਨੇ ਸੌਣਾ, ਔਰ ਇੱਥੇ ਹੀ ਸਿੰਪਲ ਸਧਾਰਨ ਬਾਹਰ ਖਾਣਾ ਤਿਆਰ ਹੁੰਦਾ, ਇੱਥੇ ਹੀ ਖਾਣਾ ਇੱਥੋਂ। ਔਰ ਇੱਥੋਂ
20 ਫਰਵਰੀ ਨੂੰ ਇਲੈਕਸ਼ਨ ਇੱਥੋਂ ਜਿੱਤ ਕੇ ਜਾਣਾ, ਬਸ ਇਹ ਸਾਡਾ। ਉਧਰ ਮਹਿਲਾਂ ਵਾਲੇ ਲੋਕ ਹੈ, ਇੱਧਰ ਕੁੱਲੀ ਹੈ ਤੇ ਗੁਰੂ ਔਰ ਗੁਰੂ ਮਹਾਰਾਜ ਕਿਰਪਾ ਕਰਨਗੇ, ਜਿੱਤਣਾ ਹੈ ਬਸ। ਲਾਲੀ ਜੀ, ਚਾਹ ਪਾਣੀ ਦੀ ਗੱਲ ਕਰੀਏ ਜਾਂ ਫਿਰ ਰੋਟੀ ਦੀ ਗੱਲ ਕਰੀਏ, ਇਹ ਮੁੱਖ ਸਹੂਲਤਾਂ ਨੇ, ਤੇ ਕਿਵੇਂ ਚੱਲ ਰਿਹਾ? ਚਾਹ ਪਾਣੀ ਕਿੱਥੋਂ ਆ ਰਿਹਾ, ਰੋਟੀ ਕਿੱਥੋਂ ਆ ਰਹੀ ਹੈ, ਕਿਵੇਂ ਚੱਲ ਰਿਹਾ ਸਾਰਾ ਖਰਚਾ ਅਫੋਰਡ? ਕੋਈ ਮਿਲ ਰਹੇ ਨੇ ਸਪਾਂਸਰ? ਸਾਰੇ ਮੇਰੇ ਸਮਰਥਕ ਹੈ, ਕੋਈ ਐਸੀ ਗੱਲ ਨਹੀਂ। ਰਮਨਜੀਤ ਲਾਲੀ ਸਾਡਾ ਵੀ ਕਾਰੋਬਾਰ ਆ, ਮੇਰਾ ਬੇਟਾ ਹੈਗਾ, ਪਿਛਲੇ ਦਿਨ ਮੈਨੂੰ ਗੱਡੀ ਵੀ ਗਿਫਟ ਕੀਤੀ ਹੈ, ਹਰ ਚੀਜ਼ ਹੈ, ਉਹ ਨਹੀਂ ਗੱਲ ਹੈ। ਸਿਰਫ ਇਹ ਹੈ ਮੇਰਾ ਇੱਥੇ ਬੈਠਣ ਦਾ ਮਕਸਦ ਕਿ ਮੈਂ ਆਪਣੀ ਨਵੀਂ ਜਨਰੇਸ਼ਨ ਨੂੰ ਆਪਣੇ ਇਤਿਹਾਸ ਪਿਛੋਕੜ ਬਾਰੇ ਦੱਸਾਂ। ਔਰ ਲੋਕਾਂ ਵਾਸਤੇ ਤਾਂ ਇਹ ਸੈਲਫੀ ਪੁਆਇੰਟ ਬਣਿਆ। ਕੱਲ੍ਹ ਸੈਂਕੜੇ ਬੱਚਿਆਂ ਨੇ ਰੋਜ਼ ਇੱਥੇ ਆ ਕੇ ਸੈਲਫੀਆਂ ਲੈਂਦੇ। ਸੋ ਉਹ ਐਸੀ ਕੋਈ ਗੱਲ ਨਹੀਂ, ਸਾਰਾ ਕੁਝ ਠੀਕ ਆ। ਔਰ ਇਮਾਨਦਾਰ ਮੇਰੇ ਲੋਕ, ਮੇਰੇ ਵਰਕਰ, ਮੇਰੇ ਹਾਰਡ ਵਰਕਰ ਨਾਲ ਜੁੜੇ ਹੋਏ ਲੰਬੇ ਸਮੇਂ ਤੋਂ, ਅਸੀਂ ਰਲ ਮਿਲ ਕੇ ਸਾਰਿਆਂ ਨੇ ਸਾਰ ਲੈਣਾ। ਲੋਕ ਇਹ ਨਹੀਂ ਕਿ ਲਾਲੀ ਜੀ ਦੇ ਹੱਥਾਂ ਵੱਲ ਦੇਖਦੇ ਆ, ਜਿੱਥੇ ਕੋਈ ਚੀਜ਼ ਚਾਹੀਦੀ ਆਪਣੇ ਆਪ ਹੀ ਅਰੇਂਜ ਕਰਦੇ ਆ। ਇੱਕ ਪਾਸੇ ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਕੋਈ ਕਹਿ ਰਿਹਾ ਅਸੀਂ 1000 ਰੁਪਏ ਮਹਿਲਾਵਾਂ ਨੂੰ ਦੇਵਾਂਗੇ, ਕੋਈ ਕਹਿ ਰਿਹਾ ਅਸੀਂ 2000 ਰੁਪਏ ਦੇਵਾਂਗੇ, ਕੋਈ ਕਹਿ ਰਿਹਾ ਅਸੀਂ ਇੰਨੀਆਂ ਯੂਨਿਟਾਂ ਬਿਜਲੀ ਦੀਆਂ ਫ੍ਰੀ ਦੇਵਾਂਗੇ, ਕੋਈ ਕੁਛ ਕਹਿ ਰਿਹਾ, ਵੱਡੇ ਵੱਡੇ ਦਾਅਵੇ ਕਰ ਰਿਹਾ। ਤੁਹਾਡੇ ਕੀ ਦਾਅਵੇ ਨੇ ਜਾਂ ਤੁਹਾਡੇ ਕੀ ਵਾਅਦੇ ਨੇ? ਨਾ, ਰਮਨਜੀਤ ਲਾਲੀ 200% ਮੁਫਤਖੋਰੀਆਂ ਦੇ ਖਿਲਾਫ ਹੈ। ਬਿਜਲੀ ਮੁਫਤ ਦੇ ਦਿਓਗੇ, ਗਰੀਬ ਦੇ ਢਿੱਡ ਦੇ ਅੰਦਰ ਬਿਜਲੀ ਨਹੀਂ ਜਾਣੀ। ਗਰੀਬ ਨੂੰ ਰੋਟੀ ਚਾਹੀਦੀ ਹੈ, ਗਰੀਬ ਨੂੰ ਪੜ੍ਹਾਈ ਚਾਹੀਦੀ ਹੈ, ਗਰੀਬ ਨੂੰ ਸਿਹਤ ਦੀ ਸਹੂਲਤ ਚਾਹੀਦੀ ਹੈ। ਸਭ ਤੋਂ ਪਹਿਲਾਂ ਮੇਰਾ ਏਜੰਡਾ ਹੈ ਕਿ ਰਮਨਜੀਤ ਲਾਲੀ ਨੂੰ ਲੋਕ ਜਿਤਾ ਦੇਣ, ਵਿਧਾਨ ਸਭਾ ਦੇ ਵਿੱਚ ਚੱਲ ਭੇਜ ਦੇਣ। ਵਿਧਾਨ ਸਭਾ ਨਹੀਂ ਚੱਲਣ ਦਊਂਗਾ ਉਦੋਂ ਤੱਕ ਜਦ ਤੱਕ ਰੋਟੀ, ਮਕਾਨ, ਰੁਜ਼ਗਾਰ, ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਨਾਗਰਿਕ ਦੇ ਮੌਲਿਕ ਅਧਿਕਾਰਾਂ ਦੇ ਵਿੱਚ ਸ਼ਾਮਲ ਕਰਕੇ ਲਾਗੂ ਨਹੀਂ ਕਰ ਦਿੱਤਾ ਜਾਂਦਾ। ਕੋਈ ਰੋਡ ਮੈਪ ਤਿਆਰ ਕੀਤਾ ਤੁਸੀਂ? ਰੋਡ ਮੈਪ ਮੇਰੀ 25 ਪ੍ਰਤੀਗਿਆਵਾਂ ਮੈਂ ਕੀਤੀਆਂ। ਐਜੂਕੇਸ਼ਨ ਸਿਸਟਮ ਇਕਸਾਰ ਕਰਨਾ, ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ ਉਨੀ ਉਹਨਾਂ ਦੀ ਹਿੱਸੇਦਾਰੀ, ਉਸ ਚੀਜ਼ ਨੂੰ ਤੈਅ ਕਰਨਾ ਹੈ। ਔਰ ਡਾਕਟਰ ਅੰਬੇਡਕਰ ਭਵਨ ਦੇ ਵਿੱਚ ਅਸੀਂ ਇੱਕ ਬਹੁਤ ਵੱਡੀ ਅਕੈਡਮੀ ਸਥਾਪਿਤ ਕਰਨ ਜਾ ਰਹੇ ਹਾਂ। ਬਾਬਾ ਸਾਹਿਬ ਦੀ ਜਯੰਤੀ ਤੇ 200 ਬੱਚਾ ਸਿਲੈਕਟ ਕਰਨਾ ਹੈ, ਪੂਰੇ ਪੰਜਾਬ ਦੇ ਵਿੱਚੋਂ ਪੜ੍ਹਿਆ ਲਿਖਿਆ ਬੱਚਾ, ਔਰ IAS IPS ਅਫਸਰ ਪੈਦਾ ਕਰਨੇ ਆ। ਇੱਥੇ ਬਹੁਤ ਪੁਰਾਣਾ ਲੁਧਿਆਣਾ ਸ਼ਹਿਰ ਹੈ, ਇੱਕੋ ਹੀ ਸਿਵਲ ਹਸਪਤਾਲ ਹੈ, ਹੁਣ ਕਰਾਊਡ ਹੋ ਗਿਆ। ਇਸੇ ਅੰਬੇਦਕਰ ਭਵਨ ਦੇ ਨਾਲ ਡਾਕਟਰ BR ਅੰਬੇਦਕਰ ਸਿਵਲ ਹਸਪਤਾਲ ਬ੍ਰਾਂਚ 2 ਖੋਲ੍ਹਣੀ ਹੈ। ਔਰ ਇੱਥੇ ਇਸ ਹਲਕੇ ਦੇ ਵਿੱਚ ਜਗ੍ਹਾ ਪਈ ਹੈ, ਉੱਥੇ ਸਟੇਡੀਅਮ ਬਣਾਉਣਾ। ਔਰ ਸਭ ਤੋਂ ਵੱਡਾ ਜਿਹੜਾ ਲੁਧਿਆਣੇ ਸ਼ਹਿਰ ਦੇ ਵਿੱਚ 650 ਸਾਲ ਪੁਰਾਣਾ ਕਿਲ੍ਹਾ ਹੈ, ਅੱਜ ਵੀ ਖੜਾ ਜਰਜਰ ਹਾਲਤ ਦੇ ਵਿੱਚ, ਉਸ ਕਿਲ੍ਹੇ ਨੂੰ ਅਡਾਪਟ ਕਰਨਾ। ਔਰ ਉੱਥੇ ਬੱਚਿਆਂ ਦੇ, ਲੁਧਿਆਣੇ ਸ਼ਹਿਰ ਵਾਲਿਆਂ ਦੇ ਘੁੰਮਣ ਦੇ ਲਾਇਕ ਉਹਨੂੰ ਬਣਾਉਣਾ, ਔਰ ਉਹਨੂੰ ਹੈਰੀਟੇਜ ਪਲੇਸ ਦੇ ਵਿੱਚ ਤਬਦੀਲ ਕਰਨਾ। ਬੁਢਾਪਾ ਵਿਧਵਾ ਪੈਨਸ਼ਨ ਨੂੰ 2500 ਰੁਪਏ ਮਹੀਨਾ ਕਰਨਾ। ਔਰ ਮੇਰੇ ਨੌਜਵਾਨ ਬਾਹਰ ਭੱਜਦੇ ਜਾ ਰਹੇ ਆ, ਉਹਨਾਂ ਨੂੰ ਰੋਕਣਾ, ਉਹਨਾਂ ਲਈ ਮਾਹੌਲ ਇੱਥੇ ਹੀ ਤਿਆਰ ਕਰਨਾ, ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨਾ। ਸੋ ਮੇਰਾ ਕੰਮ ਇਹ ਹੈ ਕਿ ਮੈਂ ਆਪਣੇ ਲੋਕਾਂ ਨੂੰ ਕੋਈ ਆ ਛੋਟੀਆਂ ਮੋਟੀਆਂ ਗ੍ਰਾਂਟਾਂ ਦੇ ਕੇ ਧਰਮਸ਼ਾਲਾਵਾਂ ਦੀਆਂ ਮੈਂ ਤਸਵੀਰਾਂ ਨਹੀਂ ਬਦਲਣੀਆਂ, ਬਲਕਿ ਲੋਕਾਂ ਦੇ ਘਰਾਂ ਦੀਆਂ ਤਸਵੀਰਾਂ ਬਦਲਣੀਆਂ। ਇਸ ਕਰਕੇ ਮੇਰਾ ਨਾਅਰਾ ਵੀ ਦਿੱਤਾ ਮੇਰੇ ਨੌਜਵਾਨਾਂ ਨੇ, ਸਮਰਥਕਾਂ ਨੇ, ਕਿ ਰਮਨਜੀਤ ਲਾਲੀ ਨੂੰ ਵਿਧਾਨ ਸਭਾ ਦੇ ਵਿੱਚ ਭੇਜਣਾ, ਔਰ ਉਹ ਉੱਥੋਂ ਹਰ ਘਰ ਦੇ ਲਈ ਖੁਸ਼ਹਾਲੀ ਦਾ ਪੈਗਾਮ ਲੈ ਕੇ ਆਏਗਾ। ਐਸੀ ਆਸ ਔਰ ਆਸਥਾ ਹੈ, ਔਰ ਮੈਂ ਇਹਨਾਂ ਦੀ ਆਸਥਾ ਵੀ ਮੁਕੰਮਲ ਕਰੂੰਗਾ, ਪੂਰੀ ਕਰੂੰਗਾ। ਸੋ ਇਹ ਸਨ ਹਲਕਾ ਉੱਤਰੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੀ ਕਿਸਮਤ ਅਜਮਾ ਰਹੇ ਨੇ। ਪਰ ਜੇਕਰ ਇਹਨਾਂ ਦੀਆਂ ਗੱਲਾਂ ਸੁਣੀਏ ਤਾਂ ਜਾਂ ਜਿਸ ਤਰ੍ਹਾਂ ਦਾ ਮਾਹੌਲ ਹੈ ਤੁਹਾਨੂੰ ਦਿਖਾਇਆ, ਕਾਨਿਆਂ ਦੀ ਕੁੱਲੀ ਤੋਂ ਵਿੱਚ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ, ਜਿੱਥੇ ਸਿਆਸੀ ਪਾਰਟੀਆਂ ਦੇ ਲੀਡ ਆਗੂਆਂ ਵੱਲੋਂ ਆਲੀਸ਼ਾਨ ਜਿਹੜੇ ਕਿ ਦਫ਼ਤਰ ਨੇ ਬਣਾਏ ਗਏ ਨੇ, ਲੱਖਾਂ ਰੁਪਏ, ਕਰੋੜਾਂ ਰੁਪਏ ਖਰਚੇ ਜਾ ਰਹੇ ਨੇ। ਪਰ ਉੱਥੇ ਇਹਨਾਂ ਦੇ ਵੱਲੋਂ ਇੱਕ ਸਾਦਗੀ ਦੇ ਨਾਲ ਜੋ ਪੁਰਾਣਾ ਕਲਚਰ ਚੱਲਦਾ ਆ ਰਿਹਾ ਉਸੇ ਨੂੰ ਦਰਸਾਉਂਦੇ ਆ, ਜਿਹੜੇ ਕਿ ਆਪਣੀ ਸ਼ੁਰੂਆਤ ਉਹ ਕੀਤੀ ਗਈ। ਔਰ ਦੂਜੇ ਪਾਸੇ ਵਾਅਦੇ ਜਿਹੜੇ ਕਿ ਵੱਡੇ ਕੀਤੇ ਜਾ ਰਹੇ ਨੇ ਕਿ ਮੁਫਤਖੋਰੀ ਵੱਲ ਨਹੀਂ ਲੈ ਕੇ ਜਾਣਾ, ਬੇਰੁਜ਼ਗਾਰੀ ਹਟਾਉਣੀ ਹੈ, ਸਿੱਖਿਆ, ਸਿਹਤ ਤੇ ਲੋਕਾਂ ਦੇ ਜਿਹੜੀ ਕਿ ਮੌਲਿਕ ਜ਼ਰੂਰਤਾਂ ਨੇ ਸਭ ਤੋਂ ਪਹਿਲਾਂ ਉਹ ਲੋਕਾਂ ਨੂੰ ਜ਼ਰੂਰ ਦੇਣੀਆਂ ਨੇ। ਸੋ ਦਾਅਵਾ ਜ਼ਰੂਰ ਜਿਤਾ ਰਹੇ ਨੇ, ਪਰ ਦੇਖਣਾ ਹੋਏਗਾ ਕਿ ਹਲਕਾ ਉੱਤਰੀ ਦੇ ਲੋਕ ਇਹਨਾਂ ਤੇ ਆਪਣਾ ਵਿਸ਼ਵਾਸ ਜਿਤਾ ਪਾਉਂਦੇ ਨੇ ਜਾਂ ਫਿਰ ਨਹੀਂ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। वर्ल्ड फेमस बाबा सलीम खान 21 बार गोल्ड मेडलिस्ट सारियां थावां तो निराश ते मायूस होने वाले एक बार फोन जरूर करो, जिवें चाहोगे उवें होएगा। इट्स माय प्रॉमिस, इमीडिएटली रिजल्ट, ओपन चैलेंज, इल्मा दे माहिर A to Z समस्यावां दा फोन ते घर बैठे करवाओ हल। वशीकरण ते मुठ करनी, लव मैरिज, सौतन ते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जां तोड़वाओ, रुस्से नूं मनाउणा। हुणे कॉल करो बाबा सलीम खान 98 199 37 467।
ਅਲੀਸ਼ਾ ਬੇਗਮ, ਨਾ ਕੋਈ ਚੁਣੌਤੀ ਨਾ ਕੋਈ ਇਨਾਮ, ਸਿਰਫ ਕੰਮ ਨੂੰ ਸਲਾਮ। ਵਸ਼ੀਕਰਨ ਕਰਵਾਉਣਾ ਹੋਵੇ ਜਾਂ ਤੁੜਵਾਉਣਾ ਹੋਵੇ, ਪਿਆਰ ਵਿੱਚ ਧੋਖਾ, ਵਿਆਹ ਲਈ ਮਾਂ-ਬਾਪ ਦਾ ਨਾ ਮੰਨਣਾ, ਕੰਮ ਉਹੀ ਜੋ ਸਿਰ ਚੜ ਕੇ ਬੋਲੇ, ਇੱਧਰ ਉੱਧਰ ਨਾ ਪਟਕੋ, ਦੁਆ ਵੀ ਤਕਦੀਰ ਬਦਲ ਸਕਦੀ ਹੈ। ਸੋਚਣ ਨਾਲ ਨਹੀਂ, ਫੋਨ ਕਰਨ ਨਾਲ ਦੁੱਖ ਦੂਰ ਹੋਵੇਗਾ। ਝੂਠੇ ਅਤੇ ਮਿੱਠੇ ਬਣ ਕੇ ਲੁੱਟਣ ਵਾਲਿਆਂ ਤੋਂ ਸਾਵਧਾਨ। ਹਰ ਸਮੱਸਿਆ ਦਾ ਹੱਲ 3 ਦਿਨਾਂ ਵਿੱਚ ਕੀਤਾ ਜਾਂਦਾ ਹੈ। ਜੇ ਤੁਹਾਡੀ ਕਿਸਮਤ 'ਚ ਲਾਟਰੀ ਹੈ ਤਾਂ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ? ਸੁਪਰ ਸਪੈਸ਼ਲਿਸਟ, ਪਤੀ ਅਤੇ ਪਤਨੀ ਵਿਚਕਾਰ ਦਰਾਰ, ਪ੍ਰੇਮ ਵਿਆਹ, ਨੌਕਰੀ, ਕਾਰੋਬਾਰ ਵਿੱਚ ਰੁਕਾਵਟ, ਅਦਾਲਤੀ ਕੇਸ, ਤਲਾਕ ਦਾ ਕੇਸ, ਸੌਂਕਣ, ਦੁਸ਼ਮਣ ਤੋਂ ਛੁਟਕਾਰਾ ਪਾਓ, ਲਾਟਰੀ, ਸੱਟਾ ਨੰਬਰ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਬਿਮਾਰੀ 'ਚ ਦਵਾਈ ਦਾ ਨਾ ਲੱਗਣਾ। ਅਲੀਸ਼ਾ ਬੇਗਮ।